माननीय अध्यक्ष महोदय, आज मैं सदन को एक कहानी सुनाना चाहता हूँ। चौथी पास राजा, हाउ से आता जाता कुछ था नहीं, पढ़ा लिखा था नहीं। अफसर आते, कुछ अंग्रेजी में चपर चपर करते, उसको समझ नहीं आता। अफसर जो मर्जी उससे साइन करा के ले जाते। अफसर आते, कुछ अंग्रेजी में चपर चपर करते, उसको समझ नहीं आता। अफसर जो मर्जी उससे साइन करा के ले जाते। ਦੋਸਤੋ, ਇਸ ਵੀਕਐਂਡ ਦੇ ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਸ਼੍ਰੀਮਾਨ ਨਰਿੰਦਰ ਦਮੋਦਰ ਦਾਸ ਮੋਦੀ ਜੀ ਨੇ ਸੰਸਦ ਦਾ ਵਿਸ਼ੇਸ਼ ਸਦਨ ਬੁਲਾਉਣ ਦੀ ਘੋਸ਼ਣਾ ਕੀਤੀ ਹੈ, ਜੋ 18 ਤੋਂ 22 ਸਤੰਬਰ ਤੱਕ ਚੱਲੇਗਾ। ਮੀਡੀਆ ਤੇ ਪੋਲੀਟੀਸ਼ੀਅਨ ਇਸ ਵੇਲੇ ਇਸ ਮੁੱਦੇ ਤੇ ਪੂਰੀ ਤਰ੍ਹਾਂ ਕੇਂਦਰਿਤ ਹੋ ਗਏ ਹਨ। ਮੇਨ ਸਟ੍ਰੀਮ ਮੀਡੀਆ ਦਾ ਪੂਰਾ ਵਰਗ ਹੀ ਕਿਆਸਰਾਈਆਂ ਲਗਾ ਰਿਹਾ ਹੈ ਕਿ ਪੀਐਮ ਮੋਦੀ ਵਨ ਨੇਸ਼ਨ ਵਨ ਇਲੈਕਸ਼ਨ ਦੀ ਘੋਸ਼ਣਾ ਤੇ ਇਸ ਨੂੰ ਲਾਗੂ ਕਰਨ ਲਈ ਹੀ ਇਹ ਵਿਸ਼ੇਸ਼ ਸੈਸ਼ਨ ਸੱਦ ਰਹੇ ਹਨ। ਆਪੋਜੀਸ਼ਨ ਪਾਰਟੀਆਂ ਦੀ ਮੁੰਬਈ ਵਿੱਚ ਮੀਟਿੰਗ ਚੱਲ ਰਹੀ ਸੀ, ਜਿਸ ਵਿੱਚ ਉਹਨਾਂ ਨੇ ਇਹ ਤੈਅ ਕਰਨਾ ਸੀ ਕਿ ਆਪਸ ਵਿੱਚ ਸੀਟ ਸ਼ੇਅਰਿੰਗ ਕੀਤੀ ਜਾਵੇ। ਮੀਟਿੰਗ ਦਾ ਏਜੰਡਾ ਇਹੀ ਸੀ, ਆਪਸ ਵਿੱਚ ਸੀਟ ਸ਼ੇਅਰਿੰਗ ਲਈ ਸਹਿਮਤੀ ਦਾ। ਪਰ ਜਦੋਂ ਦੀ ਸਪੈਸ਼ਲ ਸੈਸ਼ਨ ਦੀ ਘੋਸ਼ਣਾ ਹੋਈ ਹੈ, ਆਪੋਜੀਸ਼ਨ ਪਾਰਟੀਆਂ ਦੀ ਸਾਰੀ ਤਕਰੀਬਨ ਮੀਟਿੰਗ ਜੋ ਉੱਥੇ ਹੋਈ ਸੀ ਉਹ ਤਕਰੀਬਨ ਫਿੱਕੀ ਹੀ ਪੈ ਗਈ ਹੈ। ਉਂਝ ਵੀ ਉਹਨਾਂ ਨੇ ਕੋਈ ਖਾਸ ਘੋਸ਼ਣਾ ਨਹੀਂ ਕੀਤੀ ਕਿ ਕਿਵੇਂ ਸੀਟ ਸ਼ੇਅਰਿੰਗ ਹੋਵੇਗੀ, ਕੀ ਫਾਰਮੂਲਾ ਹੋਵੇਗਾ। ਹਾਲੇ ਕੁਝ ਵੀ ਤੈਅ ਨਹੀਂ ਹੋਇਆ ਹੈ। ਲੋਕ ਜਾਣਦੇ ਹਨ ਕਿ ਅਸਲੀ ਖੇਲ ਤਾਂ ਉਸ ਵੇਲੇ ਹੀ ਹੋਵੇਗਾ, ਉਸ ਵੇਲੇ ਹੀ ਬਲਾਸਟ ਕਹੋ ਜਾਂ ਬਿਖਰਾਵ ਉਦੋਂ ਹੀ ਹੋਵੇਗਾ, ਕਿਉਂਕਿ ਜਿਸ ਵੇਲੇ ਪਤਾ ਲੱਗੇਗਾ ਕਿ ਕਿਸ ਪਾਰਟੀ ਨੂੰ ਕਿੰਨੀਆਂ ਸੀਟਾਂ ਗਵਾਉਣੀਆਂ ਪੈਣਗੀਆਂ, ਕਿਸੇ ਲਈ ਕਿੰਨੀ ਕੁਰਬਾਨੀ ਕਰਨੀ ਪੈਣੀ ਹੈ, ਉਸ ਵੇਲੇ ਹੀ ਟਕਰਾਅ ਸ਼ੁਰੂ ਹੋਵੇਗਾ। ਉਦੋਂ ਪਤਾ ਲੱਗੇਗਾ ਕਿ INDA ਵਿੱਚ ਜੋ ਪਾਰਟੀਆਂ ਹਨ ਉਹ ਕਿੰਨੀਆਂ ਉਸ ਵਿੱਚ ਸ਼ਾਮਲ ਰਹਿੰਦੀਆਂ ਹਨ ਤੇ ਕਿੰਨੀਆਂ ਛੱਡ ਕੇ ਤੁਰ ਜਾਂਦੀਆਂ ਹਨ। ਪਰ ਵਨ ਨੇਸ਼ਨ ਵਨ ਇਲੈਕਸ਼ਨ ਬਾਰੇ ਜੋ ਮੀਡੀਆ ਖਬਰਾਂ ਚਲਾ ਰਿਹਾ ਹੈ, ਇਸ ਵਿੱਚ ਸੱਚ ਨਹੀਂ ਜਾਪਦਾ। ਇਸ ਦਾ ਵੀ ਇੱਕ ਕਾਰਨ ਹੈ। ਸਭ ਤੋਂ ਪਹਿਲਾਂ ਤਾਂ ਇਹ ਜਾਣਨਾ ਜ਼ਰੂਰੀ ਹੈ ਕਿ NDA ਗਵਰਨਮੈਂਟ, BJP ਲੈਡ ਗਵਰਨਮੈਂਟ ਕਿਉਂ ਆਪਣੀ ਰਹਿੰਦੀ ਹੋਈ ਬਾਕੀ ਟਰਮ ਪੂਰੀ ਨਹੀਂ ਕਰਨਾ ਚਾਹੇਗੀ, ਜਦੋਂ ਕਿ ਉਸਦੇ ਇਸ ਵੇਲੇ ਸਿਤਾਰੇ ਬੁਲੰਦੀ ਤੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜੇ ਮੀਡੀਆ ਦੇ ਕਹੇ ਮੁਤਾਬਕ ਮੰਨ ਲਈਏ ਕਿ ਘੋਸ਼ਣਾ ਹੋ ਹੀ ਜਾਵੇਗੀ ਅਤੇ ਦਸੰਬਰ ਦੇ ਨੇੜੇ ਤੇਰੇ ਸਰਕਾਰ ਭੰਗ ਕਰਕੇ ਵਨ ਨੇਸ਼ਨ ਵਨ ਇਲੈਕਸ਼ਨ ਲਾਗੂ ਕਰ ਦਿੱਤਾ ਜਾਵੇਗਾ, ਤਾਂ ਉਸ ਵੇਲੇ ਫਿਰ ਕੋਡ ਆਫ ਕੰਡਕਟ ਵੀ ਤਾਂ ਲਾਗੂ ਹੋਵੇਗਾ ਹੀ। ਇਹ ਗੱਲ ਇਸ ਲਈ ਕਰਨੀ ਪੈ ਰਹੀ ਹੈ ਕਿਉਂਕਿ 2024 ਦੇ ਸ਼ੁਰੂਆਤ ਵਿੱਚ ਹੀ ਅਯੋਧਿਆ ਵਿੱਚ ਭਗਵਾਨ ਸ਼੍ਰੀ ਰਾਮ ਦਾ ਜੋ ਮੰਦਿਰ ਬਣ ਰਿਹਾ ਹੈ ਉਸ ਦੀ ਓਪਨਿੰਗ ਸੈਰੇਮਨੀ ਹੈ। ਵਿਸ਼ਾਲ ਆਯੋਜਨ ਹੋਵੇਗਾ। ਬੀਤੇ ਸਮੇਂ ਵਿੱਚ ਬਾਬਰ ਵੱਲੋਂ ਹਿੰਦੂਆਂ ਦਾ ਮੰਦਿਰ ਢਹਿ ਢੇਰੀ ਕਰ ਦਿੱਤਾ ਗਿਆ ਸੀ ਅਤੇ ਉਸ ਦੇ ਉੱਪਰ ਮਸਜਿਦ ਦਾ ਢਾਂਚਾ ਖੜਾ ਕਰ ਦਿੱਤਾ ਗਿਆ ਸੀ। ਇਸ ਤਰ੍ਹਾਂ ਹਿੰਦੂਆਂ ਦੀ ਧਾਰਮਿਕ ਤੌਰ ਤੇ ਆਸਥਾ ਗੈਰਤ ਪੂਰੀ ਤਰ੍ਹਾਂ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਮੁਗਲ ਹਮਲਾਵਰਾਂ ਵੱਲੋਂ। ਹੁਣ ਇਸ ਤੋਂ ਮੁਕਤੀ ਦਾ ਉਤਸਵ ਹੈ। ਲੰਬੇ ਸੰਘਰਸ਼ ਤੋਂ ਬਾਅਦ, ਸੈਂਕੜੇ ਸਾਲਾਂ ਦੇ ਸੰਘਰਸ਼ ਤੋਂ ਬਾਅਦ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਜਨਮ ਸਥਾਨ ਦੀ ਵਾਪਸੀ ਹਿੰਦੂਆਂ ਲਈ ਜੋ ਮਹੱਤਵ ਰੱਖਦੀ ਹੈ ਦੁਨੀਆ ਭਰ ਵਿੱਚ, ਕੀ ਇਹ BJP ਜਾਣਦੀ ਨਹੀਂ? BJP ਦਾ ਤਾਂ ਕੋਰ ਏਜੰਡਾ ਹੀ ਸੀ, ਉਹਨਾਂ ਦੀ ਘੋਸ਼ਣਾ ਪੱਤਰ ਵਿੱਚ ਹਮੇਸ਼ਾ ਹੀ ਸ਼ਾਮਲ ਹੁੰਦਾ ਸੀ ਰਾਮ ਮੰਦਿਰ ਦਾ ਨਿਰਮਾਣ ਕਰਵਾਉਣਾ, ਜਦੋਂ ਕਿ ਉਸ ਵੇਲੇ ਕਾਂਗਰਸ ਅਤੇ ਕਮਿਊਨਿਸਟ ਅਤੇ ਹੋਰ ਬਾਕੀ ਵਿਰੋਧੀ ਦਲ ਉਸ ਦਾ ਤਕਰੀਬਨ ਮਜ਼ਾਕ ਹੀ ਉਡਾਉਂਦੇ ਹੋਏ ਉਹਨਾਂ ਨੂੰ ਤਾਨੇ ਦਿੰਦੇ ਹੁੰਦੇ ਸਨ ਕਿ ਮੰਦਰ ਵਹੀਂ ਬਣਾਏਂਗੇ ਪਰ ਤਾਰੀਖ ਨਹੀਂ ਬਤਾਏਂਗੇ। ਉਹਨਾਂ ਨੂੰ ਵਾਰ-ਵਾਰ ਇਸ ਤਰ੍ਹਾਂ ਝੇਡਾਂ ਕਰਕੇ ਤੰਗ ਕੀਤਾ ਜਾਂਦਾ ਸੀ, ਕਿਹੋ ਜਿਹਾ ਅਪਮਾਨਿਤ ਕੀਤਾ ਜਾਂਦਾ ਸੀ। मंदिर वही बनाएंगे लेकिन तारीख नहीं बताएंगे। पिछले 1 महीने से बीजेपी ने भी कहना चालू, मंदिर वही बनाएंगे। हमने जी कब बनाओगे, कहते डेट नहीं बताएंगे। ਹੁਣ ਜਦੋਂ ਉਹ ਤਰੀਖ ਨੇੜੇ ਆ ਗਈ ਹੈ ਤਾਂ ਕੀ ਉਹ ਇਹ ਮੌਕਾ ਖੁੰਝਾਉਣਗੇ? ਇਲੈਕਸ਼ਨ ਕਰਕੇ ਜਦੋਂ ਕੋਡ ਆਫ ਕੰਡਕਟ ਲੱਗਿਆ ਹੋਵੇਗਾ ਤਾਂ PM ਫਿਰ ਇਸ ਦਾ ਉਦਘਾਟਨ ਨਹੀਂ ਕਰ ਸਕਦੇ। ਇੰਨਾ ਵੱਡਾ ਮੌਕਾ ਨਾ ਤਾਂ BJP ਗਵਾ ਸਕਦੀ ਹੈ, ਨਾ ਹੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ। ਇਸੇ ਕਰਕੇ ਵਨ ਨੇਸ਼ਨ ਵਨ ਇਲੈਕਸ਼ਨ ਦੇ ਦਸੰਬਰ ਵਿੱਚ ਚੋਣਾਂ ਹੋਣ ਦੇ ਤਕਰੀਬਨ ਜੋ ਕਿਆਸੇ ਲਗਾਏ ਜਾ ਰਹੇ ਹਨ ਉਹ ਗਲਤ ਹੀ ਲੱਗਦੇ ਹਨ। ਪਰ 18 ਸਤੰਬਰ ਤੋਂ ਲੈ ਕੇ 22 ਸਤੰਬਰ ਤੱਕ ਸਪੈਸ਼ਲ ਸੈਸ਼ਨ ਤਾਂ ਸੱਦਿਆ ਹੀ ਗਿਆ ਹੈ। ਵੈਸੇ ਭਾਰਤ ਵਿੱਚ 1947 ਤੋਂ ਬਾਅਦ ਪਹਿਲੀ ਵਾਰ PM ਨਰਿੰਦਰ ਮੋਦੀ ਨੇ ਹੀ ਸੰਸਦ ਦਾ ਸਪੈਸ਼ਲ ਸਦਨ ਬੁਲਾਇਆ ਸੀ ਜੁਲਾਈ 2017 ਵਿੱਚ। ਉਸ ਸੈਸ਼ਨ ਵਿੱਚ ਉਹਨਾਂ ਨੇ GST ਲਾਗੂ ਕਰਨ ਦੀ ਘੋਸ਼ਣਾ ਕੀਤੀ ਸੀ, ਪਰ ਹੁਣ ਵੀ ਸੰਭਾਵਨਾ ਹੈ ਕੁਝ ਅਜਿਹਾ ਹੀ ਹੋਵੇਗਾ। ਪਹਿਲਾ ਅੰਦਾਜ਼ਾ ਤਾਂ ਇਹ ਹੈ ਕਿ ਕਿਸੇ ਵੇਲੇ ਭਾਰਤ ਦੇ ਪ੍ਰਧਾਨ ਮੰਤਰੀ, ਕਾਂਗਰਸ ਵੱਲੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਜੀ ਨੇ ਜੋ ਲੱਖਾਂ ਕਰੋੜਾਂ ਦੇ ਆਇਲ ਬੈਂਡ ਖਰੀਦੇ ਸਨ, ਉਹ ਜੋ ਕਾਂਡ ਕੀਤਾ ਸੀ ਉਸ ਕਰਕੇ
ਹੋ ਸਕਦਾ ਹੈ ਕਿ ਇਹ ਸਪੈਸ਼ਲ ਸੈਸ਼ਨ ਬੁਲਾਇਆ ਜਾਵੇ। ਦੇਸ਼ ਕਰਜ਼ਾਈ, ਸਸਤੀ ਸ਼ੋਹਰਤ, ਰੇਵੜੀ ਕਲਚਰ ਉਸ ਤੇ ਹੀ ਕੁਝ ਸੰਸਦ ਵਿੱਚ ਹੋ ਸਕਦਾ ਹੈ ਕਿ ਕਰਨ ਲਈ ਜਾਂ ਦੱਸਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਸਪੈਸ਼ਲ ਸੈਸ਼ਨ ਬੁਲਾਇਆ ਹੋਵੇ। ਦੂਜਾ ਅੰਦਾਜ਼ਾ ਇਹ ਹੈ ਕਿ UGC ਬਿੱਲ ਉਸ ਬਾਰੇ ਵੀ ਕੁਝ ਹੋ ਸਕਦਾ ਹੈ ਇਸ ਵਾਰ ਸਪੈਸ਼ਲ ਸੈਸ਼ਨ ਵਿੱਚ। ਅਤੇ ਤੀਸਰਾ ਅੰਦਾਜ਼ਾ POK, ਹਾਂਜੀ ਪਾਕਿਸਤਾਨ ਆਕੂਪਾਈਡ ਕਸ਼ਮੀਰ, ਇਸ ਬਾਬਤ ਵੀ ਕੁਝ ਹੋ ਸਕਦਾ ਹੈ। ਵੈਸੇ ਵੀ ਭਾਰਤ ਦੇ ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਜਨੀਤੀ ਵਿੱਚ ਸਮਥਿੰਗ ਸਪੈਸ਼ਲ, ਖਤਰੋਂ ਕੇ ਖਿਲਾੜੀ ਵਾਂਗ ਹਨ। ਕੁਝ ਵੀ ਹੋ ਸਕਦਾ ਹੈ। 18 ਤੋਂ 22 ਸਤੰਬਰ ਨੂੰ ਜਦੋਂ ਸਪੈਸ਼ਲ ਸੈਸ਼ਨ ਸੱਦਿਆ ਗਿਆ ਹੈ, ਉਸ ਵਿੱਚ ਗਵਰਨਮੈਂਟ ਆਪਣਾ ਏਜੰਡਾ ਜੋ ਦੱਸੇਗੀ, ਉਹ ਜਦੋਂ ਮੀਡੀਆ ਵਿੱਚ ਆਵੇਗਾ ਤਾਂ ਉਸ ਤੋਂ ਪਤਾ ਹੀ ਚੱਲ ਜਾਵੇਗਾ ਕਿ ਗਵਰਨਮੈਂਟ ਨੇ ਇਹ ਸਪੈਸ਼ਲ ਸੈਸ਼ਨ ਕਿਉਂ ਸੱਦਿਆ ਹੈ। ਪਰ ਜਦੋਂ ਸਪੈਸ਼ਲ ਸੈਸ਼ਨ ਦੀ ਗੱਲ ਚੱਲਦੀ ਹੈ ਤਾਂ ਲੋਕ ਮਜ਼ਾਕ ਕਰਨ ਲੱਗ ਪੈਂਦੇ ਹਨ, ਜਿਵੇਂ ਕੱਟੜ ਇਮਾਨਦਾਰ ਪਾਰਟੀ ਦੇ ਕੱਟੜ ਇਮਾਨਦਾਰ ਨੇਤਾ, ਸ਼ੀਸ਼ ਮਹਿਲ ਵਿੱਚ ਵਾਸ ਕਰਨ ਵਾਲੇ ਦਿੱਲੀ ਦੇ CM, ਹਾਂਜੀ ਸ਼੍ਰੀਮਾਨ ਸਪੈਸ਼ਲ, ਹਾਂਜੀ ਸ਼੍ਰੀਮਾਨ ਅਰਵਿੰਦ ਕੇਜਰੀਵਾਲ ਜੀ, ਜਿਵੇਂ ਉਹ ਸਪੈਸ਼ਲ ਸੈਸ਼ਨ ਸੱਦਦੇ ਰਹੇ ਹਨ, ਕਿਧਰੇ PM ਮੋਦੀ ਵੀ ਉਸੇ ਰਾਹ ਤੇ ਤਾਂ ਨਹੀਂ ਪੈ ਗਏ। ਹੋ ਸਕਦਾ ਹੈ ਉਹਨਾਂ ਨੇ ਕੇਜਰੀਵਾਲ ਸਾਹਿਬ ਦਾ ਜਵਾਬ ਦੇਣ ਲਈ ਹੀ ਸਪੈਸ਼ਲ ਸੈਸ਼ਨ ਸੱਦਿਆ ਹੋਵੇ। ਕੀ PM ਮੋਦੀ ਵੀ ਸਪੈਸ਼ਲ ਸੈਸ਼ਨ ਸੱਦ ਕੇ ਚੌਥੀ ਪਾਸ ਰਾਜਾ ਦੀ ਕਹਾਣੀ ਸੁਣਾਉਣਗੇ? 18 ਤੋਂ 20 ਸਤੰਬਰ ਤੱਕ ਚੱਲਣ ਵਾਲੇ ਇਸ ਸਪੈਸ਼ਲ ਸੈਸ਼ਨ ਵਿੱਚ ਪਤਾ ਲੱਗ ਹੀ ਜਾਵੇਗਾ। ਅੰਤ ਵਿੱਚ ਇਹ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ। ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾइब नहीं किया है तो सब्सक्राइब भी जरूर करो। धन्यवाद। माननीय अध्यक्ष महोदय, आज मैं सदन को एक कहानी सुनाना चाहता हूँ। चौथी पास राजा, इस राजा है, कैसे राजा की कहानी है अध्यक्ष महोदय, जो अनपढ़ था, चौथी पास था, चौथी पास था, बेहद अहंकारी था, बहुत अहंकार था, बहुत ज्यादा। उसको चौथी पास राजा कहते थे। और उसे आता जाता कुछ था नहीं, पढ़ा लिखा था नहीं, पढ़ा लिखा था नहीं। अफसर आते कुछ अंग्रेजी में चपर चपर करते, उसको समझ नहीं आता। अफसर जो मर्जी उससे साइन करा के ले जाते, जो मर्जी उससे साइन करा के ले जाते। अफसर आते कुछ अंग्रेजी में चपर चपर करते, उसको समझ नहीं आता। अफसर जो मर्जी उससे साइन करा के ले जाते, जो मर्जी उससे साइन करा के ले जाते। और उसे आता जाता कुछ था नहीं, पढ़ा लिखा था नहीं। अफसर आते कुछ अंग्रेजी में चपर चपर करते, उसको समझ नहीं आता। अफसर जो मर्जी उससे साइन करा के ले जाते, जो मर्जी उससे साइन करा के ले जाते। धीरे धीरे देश की समस्याएं बढ़ती गई, क्योंकि राजा ऐरे गहरे। इससे पहले एक और राजा आया था, मोहम्मद बिन तुगलक।